ਸੁਖਾਵਾਂ ਅਨੁਭਵ। ਅਮਰੀਕਨ ਰਾਸ਼ਟਰਪਤੀ ਫੋਰਡ ਦੀ ਪਤਨੀ ਦਾ ਛਾਤੀ ਦੇ ਕੈਂਸਰ ਦਾ ਆਪਰੇਸ਼ਨ ਹੋਇਆ। ਆਪਰੇਸ਼ਨ ਉਪਰੰਤ ਪਤਨੀ ਨੂੰ ਰੋਣ ਦਾ ਦੌਰਾ ਪੈ ਗਿਆ। ਪਤਨੀ ਦੇ ਡਾਕਟਰ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਗੰਭੀਰ ਆਪਰੇਸ਼ਨ ਉਪਰੰਤ ਅਜਿਹਾ ਦੌਰਾ ਪੈਣਾ ਸੁਭਾਵਿਕ ਹੁੰਦਾ ਹੈ। ਡਾਕਟਰ ਨੇ ਕਿਹਾ, ਉਹਨਾਂ ਨੂੰ ਜੀ ਭਰ ਕੇ ਰੋਣ ਦਿਓ ਤਾਂ ਕਿ ਅੰਦਰ ਇਕੱਠੀ ਹੋਈ ਚਿੰਤਾ ਅਤੇ ਨਿਰਾਸ਼ਾ ਬਾਹਰ ਨਿਕਲ ਜਾਏ। ਇਹ ਰੋਣਾ ਇਲਾਜੀ ਪ੍ਰਕਿਰਿਆ ਦਾ ਭਾਗ ਹੈ। ਇਸ ਨਾਲ ਇਹ ਜਲਦੀ ਠੀਕ ਹੋ ਜਾਣਗੇ। ਜਿਨ੍ਹਾਂ ਨੇ ਰੋਗ ਉਪਰੰਤ ਠੀਕ ਹੋ ਕੇ ਮਹੱਤਵਪੂਰਨ ਕੰਮ ਕਰਨੇ ਹੁੰਦੇ ਹਨ, ਉਹ ਜਲਦੀ ਠੀਕ ਹੁੰਦੇ ਹਨ। ਅਗਲੇ ਹੀ ਦਿਨ ਰਾਸ਼ਟਰਪਤੀ ਦੀ ਪਤਨੀ ਨੇ ਆਪਣੇ ਖੱਬੇ ਹੱਥ ਨਾਲ ਚਾਹ ਦਾ ਕੱਪ ਚੁੱਕਿਆ ਅਤੇ ਆਪਰੇਸ਼ਨ ਤੋਂ ਇੱਕ ਹਫ਼ਤੇ ਮਗਰੋਂ ਉਸ ਵਿੱਚ ਵਾਈਟ ਹਾਊਸ ਜਾਣ ਦੀ ਹਿੰਮਤ ਪੈਦਾ ਹੋ ਗਈ ਸੀ। 4 ਦਿਨ ਮਗਰੋਂ ਉਸਨੇ ਰਾਸ਼ਟਰਪਤੀ ਨਾਲ ਆਪਣੇ ਵਿਆਹ ਦੀ 26ਵੀਂ ਵਰ੍ਹੇਗੰਢ ਮਨਾਈ। ਉਸ ਦਿਨ ਉਸਨੇ ਆਪਣੀ ਡਾਇਰੀ 'ਚ ਲਿਖਿਆ, ਜਿਉਂਦੇ ਹੋਣ, ਸਿਹਤਮੰਦ ਹੋਣ, ਆਪਣੇ ਪਤੀ ਨਾਲ ਆਪਣੇ ਘਰ ਵਿੱਚ ਹੋਣ ਦਾ ਬੜਾ ਸੁਖਾਵਾਂ ਅਨੁਭਵ ਹੋ ਰਿਹਾ ਹੈ। ਧੰਨਵਾਦ। ਮਨੋਵਿਗਿਆਨ। ਇੱਕ ਚੋਰ ਨੇ ਘਰ ਅੰਦਰ ਦਾਖਲ ਹੋ ਕੇ ਕੀਮਤੀ ਚੀਜ਼ਾਂ ਦੀ ਗਠੜੀ ਬਣਾਈ ਅਤੇ ਕੁਝ ਹੋਰ ਲੱਭਣ ਦੀ ਆਸ ਵਿੱਚ ਉਸਦੇ ਪੈਰ ਦੀ ਇੱਕ ਭਾਂਡੇ ਨਾਲ ਠੋਕਰ ਵੱਜਣ 'ਤੇ ਘਰ ਵਾਲੇ ਜਾਗ ਪਏ। ਚੋਰ ਦੌੜ ਕੇ ਘਰ ਦੀ ਬਾਹਰਲੀ ਕੰਧ 'ਤੇ ਚੜ੍ਹ ਗਿਆ। ਘਰ ਦੇ ਇੱਕ ਤਕੜੇ ਬੰਦੇ ਨੇ ਚੋਰ ਦੇ ਕੰਧ 'ਤੇ ਚੜ੍ਹਦਿਆਂ ਉਸਦੇ ਇੱਕ ਪੈਰ ਦਾ ਗਿੱਟਾ ਫੜ ਲਿਆ। ਮਾਹਿਰ ਚੋਰ ਨੂੰ ਮਨੁੱਖੀ ਸੁਭਾਅ ਦੀ ਸਮਝ ਸੀ। ਗਿੱਟਾ ਫੜੇ ਜਾਣ 'ਤੇ ਚੋਰ ਨੇ ਦਰਦ ਭਰੀ ਆਵਾਜ਼ 'ਚ ਕਿਹਾ, ਵੇਖੀ ਯਾਰ, ਗਿੱਟੇ 'ਤੇ ਫੋੜਾ ਹੈ। ਇਹ ਸੁਣ ਕੇ ਪਕੜਨ ਵਾਲੇ ਦੀ ਪਕੜ ਢਿੱਲੀ ਹੋ ਗਈ ਅਤੇ ਚੋਰ ਦੌੜ ਗਿਆ। ਘਰ ਵਾਲਿਆਂ ਨੇ ਪੁੱਛਿਆ, ਤੂੰ ਉਹਦਾ ਗਿੱਟਾ ਕਿਉਂ ਛੱਡਿਆ? ਮੈਂ ਤਾਂ ਛੱਡਿਆ ਸੀ ਕਿ ਚੋਰ ਨੇ ਕਿਹਾ ਸੀ ਗਿੱਟੇ 'ਤੇ ਫੋੜਾ ਸੀ। ਘਰ ਵਾਲਿਆਂ ਨੇ ਕਿਹਾ, ਤੈਨੂੰ ਕੀ ਚੋਰ ਦੇ ਫੋੜੇ ਨਾਲ? ਮਨੋਵਿਗਿਆਨਿਕ ਤੌਰ 'ਤੇ ਕੋਈ ਵੀ ਹੁੰਦਾ ਫੋੜੇ ਦੀ ਗੱਲ ਸੁਣ ਕੇ ਉਹਨੇ ਗਿੱਟਾ ਛੱਡ ਦੇਣਾ ਸੀ। ਚੋਰ ਵੀ ਮਨੁੱਖ ਸੀ। ਉਸ ਵਿੱਚ ਵੀ ਪੀੜ ਦਾ ਅਹਿਸਾਸ ਓਨਾ ਹੀ ਤੀਬਰ ਸੀ ਜਿੰਨਾ ਹਰ ਕਿਸੇ 'ਚ ਹੁੰਦਾ ਹੈ। ਚੋਰ ਚੋਰ ਹੀ ਨਹੀਂ ਸੀ, ਉਹਨੂੰ ਮਨੁੱਖੀ ਮਨੋਵਿਗਿਆਨ ਅਤੇ ਮਨੁੱਖੀ ਵਿਹਾਰ ਦੀ ਡੂੰਘੀ ਸੋਝੀ ਵੀ ਸੀ। ਧੰਨਵਾਦ। ਸ਼ਕਤੀਸ਼ਾਲੀ ਸਿਧਾਂਤ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਬੜਾ ਨਰਮ ਦਿਲ ਸੀ। ਉਹ ਵੀ ਹੋਰਾਂ ਵਾਂਗ ਮੱਛੀਆਂ ਫੜਨੀਆਂ ਚਾਹੁੰਦਾ ਸੀ, ਪਰ ਫੜਨ ਵਾਸਤੇ ਉਹ ਕੁੰਡੀ ਵਿੱਚ ਗੰਡੋਆ ਪਰੋਣ ਦੀ ਬੇਰਹਿਮੀ ਨਹੀਂ ਸੀ ਕਰ ਸਕਦਾ। ਉਹਦਾ ਪਰਿਵਾਰ ਡਾਕਟਰੀ ਪੇਸ਼ੇ ਵਾਲਾ ਸੀ, ਪਰ ਉਹ ਉਸ ਲਈ ਡਾਕਟਰ ਨਾ ਬਣ ਸਕਿਆ ਕਿਉਂਕਿ ਡਾਕਟਰੀ ਦੀ ਪੜ੍ਹਾਈ ਵਿੱਚ ਡੱਡੂਆਂ ਅਤੇ ਸਹਿਆਂ ਦੀ ਚੀਰ ਫਾੜ ਵੇਖ ਕੇ ਉਹਨੂੰ ਉਲਟੀ ਆ ਜਾਂਦੀ ਸੀ। ਉਹ ਆਪਰੇਸ਼ਨ ਦੌਰਾਨ ਸਰੀਰ ਦੀ ਕੱਟ ਵੱਢ ਨਹੀਂ ਸੀ ਵੇਖ ਸਕਦਾ। ਸ਼ਰਮਾਕਲ ਹੋਣ ਕਾਰਨ ਉਹ ਆਪਣੀਆਂ ਪੁਸਤਕਾਂ 'ਤੇ ਹੋਣ ਵਾਲੀਆਂ ਗੋਸ਼ਟੀਆਂ ਵਿੱਚ ਵੀ ਆਪ ਨਹੀਂ ਸੀ ਜਾਂਦਾ। ਆਪਣੇ ਦੋਸਤ ਹਕਸਲੇ ਨੂੰ ਭੇਜ ਦਿੰਦਾ ਸੀ। ਡਾਰਵਿਨ ਦੇ ਪ੍ਰਭਾਵ ਦਾ ਮਹੱਤਵ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਕਾਰਲ ਮਾਰਕਸ ਆਪਣੀ ਪੁਸਤਕ ਕੈਪੀਟਲ ਦਾ ਅੰਗਰੇਜ਼ੀ ਰੂਪ ਡਾਰਵਿਨ ਨੂੰ ਸਮਰਪਣ ਕਰਨਾ ਚਾਹੁੰਦਾ ਸੀ, ਪਰ ਸ਼ਰਮਾਕਲ ਡਾਰਵਿਨ ਨੇ ਮਨ੍ਹਾ ਕਰ ਦਿੱਤਾ ਸੀ। ਡਾਰਵਿਨ ਸਧਾਰਨ ਵਿਅਕਤੀ ਦੀ ਤੁਲਨਾ ਵਿੱਚ ਸਭ ਪੱਖੋਂ ਕਮਜ਼ੋਰ ਸੀ, ਪਰ ਉਸਦਾ ਸਿਧਾਂਤ ਸ਼ਕਤੀਸ਼ਾਲੀ ਸੀ। ਉਸਨੇ ਸਾਬਤ ਕੀਤਾ ਕਿ ਕਮਜ਼ੋਰ, ਡਰੂ, ਸ਼ਰਮਾਕਲ ਆਦਿ ਵੀ ਬੜਾ ਕੁਝ ਕਰ ਸਕਦੇ ਹਨ। ਧੰਨਵਾਦ। ਵਿਸ਼ਵੀਕਰਨ। ਵਿਸ਼ਵੀਕਰਨ ਨਾਲ ਜਿਸ ਪ੍ਰਕਾਰ ਦਾ ਸੰਸਾਰ ਉਸਰ ਰਿਹਾ ਹੈ, ਉਸ ਵਿੱਚ ਨਾ ਕੋਈ ਭਾਰਤੀ ਕੰਪਨੀ ਹੋਏਗੀ, ਨਾ ਕੋਈ ਭਾਰਤੀ ਉਤਪਾਦ ਹੋਏਗਾ, ਨਾ ਕੋਈ ਭਾਰਤੀ ਟੈਕਨੋਲੋਜੀ ਹੋਏਗੀ। ਹੁਣ ਵਿਗਿਆਨੀ ਸਾਰੇ ਵਿਸ਼ਵ ਦੇ ਹੁੰਦੇ ਹਨ। ਉਹਨਾਂ ਦੇ ਨਾਂ ਨਾਲ ਹੁਣ ਦੇਸ਼ ਦਾ ਨਾਂ ਦੱਸਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਜੰਮਿਆ ਕਿਧਰੇ ਹੁੰਦਾ ਹੈ, ਪੜ੍ਹਿਆ ਕਿਧਰੇ ਹੋਰ ਹੁੰਦਾ ਹੈ। ਪਿਤਾ ਇੱਕ ਦੇਸ਼ ਦਾ, ਮਾਂ ਕਿਸੇ ਹੋਰ ਦੇਸ਼ ਦੀ ਹੁੰਦੀ ਹੈ, ਪ੍ਰਯੋਗ ਕਿਸੇ ਹੋਰ ਦੇਸ਼ ਵਿੱਚ ਕਰਦਾ ਹੈ ਅਤੇ ਰਹਿੰਦਾ ਕਿਸੇ ਹੋਰ ਦੇਸ਼ ਵਿੱਚ ਹੈ। ਸਭ ਕੁਝ ਸਾਰੇ ਵਿਸ਼ਵ ਦਾ ਹੋ ਜਾਏਗਾ।
ਉੱਨ ਆਸਟ੍ਰੇਲੀਅਨ ਭੇਡ ਦੀ ਹੋਏਗੀ, ਮੁੰਨਣ ਵਾਲਾ ਨਾਰਵੇ ਦਾ ਹੋਏਗਾ। ਇਸ ਦੀ ਪ੍ਰਕਿਰਿਆ ਜਰਮਨ ਮਸ਼ੀਨਾਂ 'ਤੇ ਚੀਨ ਵਿੱਚ ਹੋਏਗੀ। 19 ਕੱਪੜੇ ਭਾਰਤ ਵਿੱਚ ਬਣਨਗੇ, ਵਿਕਣਗੇ ਅਮਰੀਕਾ ਵਿੱਚ, ਜਿਨ੍ਹਾਂ ਨੂੰ ਏਸ਼ੀਆਈ ਸੈਲਾਨੀ ਖਰੀਦਣਗੇ, ਆਦਿ ਆਦਿ। ਅਜਿਹੀ ਪ੍ਰਕਿਰਿਆ ਹੁਣ ਜਾਰੀ ਹੈ। ਧੰਨਵਾਦ। ਮੁਆਫ਼ ਕਰਨਾ। ਇੱਕ ਲੜਕੀ ਢਹਿੰਦੀ ਕਲਾ ਵਿੱਚ ਸੀ। ਹਸਪਤਾਲ ਵਿੱਚ ਦਾਖਲ ਹੋਣ ਕਰਕੇ ਕਈ ਢੰਗਾਂ ਨਾਲ ਇਲਾਜ ਕੀਤਾ ਗਿਆ, ਕੋਈ ਫਰਕ ਨਾ ਪਿਆ। ਉਸਦੇ ਡਾਕਟਰ ਨੇ ਉਹਦੇ ਰੋਗ 'ਤੇ ਖੋਜ ਵੀ ਕੀਤੀ। ਆਖਰ ਉਸਨੂੰ ਪਹਾੜੀ ਇਲਾਕੇ ਦੇ ਇੱਕ ਸੈਨੀਟੋਰੀਅਮ ਵਿੱਚ ਭੇਜਿਆ ਗਿਆ। ਸੈਨੀਟੋਰੀਅਮ ਦੇ ਡਾਕਟਰ ਨੇ ਮੁਆਇਨਾ ਕੀਤਾ ਤਾਂ ਲੜਕੀ ਦੇ ਸਰੀਰ ਵਿੱਚ ਸਭ ਕੁਝ ਸਹੀ ਸਿੱਧ ਹੋਇਆ। ਉਸਨੇ ਇਹ ਗੱਲ ਪਿਛਲੇ ਡਾਕਟਰ ਨਾਲ ਸਾਂਝੀ ਕੀਤੀ। ਉਸ ਪੁਰਾਣੇ ਡਾਕਟਰ ਨੇ ਆ ਕੇ ਲੜਕੀ ਨੂੰ ਪੁੱਛਿਆ ਕਿ ਉਹਦੇ ਜੀਵਨ ਵਿੱਚ ਪਿਛਲੇ ਹਫ਼ਤੇ ਕੋਈ ਵੱਡੀ ਤਬਦੀਲੀ ਵਾਪਰੀ ਸੀ। ਲੜਕੀ ਨੇ ਕਿਹਾ, 20 ਸਾਲਾਂ ਤੋਂ ਧੋਖਾ ਦੇਣ ਵਾਲੇ ਪ੍ਰੇਮੀ ਨੂੰ ਮੈਂ ਡੂੰਘੀ ਨਫ਼ਰਤ ਕਰਦੀ ਰਹੀ ਹਾਂ, ਜਿਸ ਕਾਰਨ ਮੈਂ ਵਿਆਹ ਵੀ ਨਹੀਂ ਸੀ ਕਰਵਾਇਆ। ਇੱਕ ਰਾਤ ਪਿਛਲੇ ਹਫ਼ਤੇ ਸੌਣ ਲੱਗਿਆਂ ਮੈਂ ਉਸਨੂੰ ਮੁਆਫ਼ ਕਰ ਦਿੱਤਾ ਸੀ। ਉਸ ਰਾਤ ਮੈਨੂੰ ਡੂੰਘੀ ਨੀਂਦਰ ਆਈ ਸੀ ਅਤੇ ਮੈਂ ਰੱਜ ਕੇ ਰੋਈ ਵੀ ਸੀ। ਡਾਕਟਰ ਨੇ ਕਿਹਾ, ਕਿਉਂਕਿ ਇਸ ਲੜਕੀ ਦੀ ਮਾਨਸਿਕ ਹਾਲਤ ਬਦਲ ਗਈ ਸੀ, ਜਿਸ ਕਾਰਨ ਇਸ ਦੀ ਸਰੀਰਕ ਹਾਲਤ ਵੀ ਬਦਲ ਗਈ ਹੈ। ਧੰਨਵਾਦ। ਦੁਖਾਂਤ। ਉਹ ਆਵਾਜਾਈ ਨੂੰ ਰੋਕ ਦੇਣ ਵਾਲੀ ਸੋਹਣੀ ਸੁਨੱਖੀ ਨਾਰ ਸੀ। ਉਸਦੀ ਹਾਜ਼ਰੀ ਬਰਫ਼ਬਾਰੀ ਵਿੱਚ ਧੁੱਪ ਵਰਗੀ ਸੀ। ਉਹ ਸੁਕਰਾਤ ਅਤੇ ਪਲੈਟੋ ਦੀਆਂ ਗੱਲਾਂ ਇਵੇਂ ਕਰਦੀ ਸੀ ਜਿਵੇਂ ਉਹਨਾਂ ਨਾਲ ਬਚਪਨ ਵਿੱਚ ਪੀਚੋ ਖੇਡਦੀ ਰਹੀ ਹੋਵੇ। ਉਹ ਕਵਿਤਾ ਵਾਂਗ ਪਿਆਰੀ ਅਤੇ ਸੰਗੀਤ ਦੀ ਸੁਰ ਵਾਂਗ ਸੁਰੀਲੀ ਸੀ। ਪਰ ਜਿਸ ਨਾਲ ਉਹਨੇ ਪਿਆਰ ਕਰਨ ਦਾ ਭੁਲੇਖਾ ਖਾਧਾ, ਉਹ ਮਾਰਕਸਵਾਦ ਦਾ ਢਾਡੀ ਸੀ। ਸਿਧਾਂਤ ਵਾਂਗ ਠੰਡਾ। ਰਿਸ਼ਤਾ ਮੁਰਝਾ ਗਿਆ ਸੀ। ਉਸਨੇ ਨਿੱਕੇ ਨਿੱਕੇ ਸੰਕੇਤਾਂ ਨਾਲ ਵਿਰੋਧ ਪ੍ਰਗਟਾਉਣਾ ਆਰੰਭ ਕੀਤਾ। ਨਹਾਉਣ ਲਈ ਉਹ ਪਹਿਲਾਂ ਜਾਇਆ ਕਰਦੀ ਸੀ ਅਤੇ ਨਹਾਉਣ ਮਗਰੋਂ ਗੁਸਲਖਾਨਾ ਸੁਕਾ ਦਿੰਦੀ ਸੀ। ਉਸਨੇ ਪਤੀ ਲਈ ਗੁਸਲਖਾਨਾ ਸੁਕਾਉਣਾ ਬੰਦ ਕਰ ਦਿੱਤਾ। ਪਹਿਲਾਂ ਉਹ ਪਤੀ ਨੂੰ ਚਾਹ ਉਹਦੇ ਮਨਪਸੰਦ ਪਿਆਲੇ ਵਿੱਚ ਪਾ ਕੇ ਦਿੰਦੀ ਸੀ, ਮਗਰੋਂ ਹੋਰ ਪਿਆਲੇ ਵਿੱਚ ਪਾਉਣ ਲੱਗ ਪਈ। ਉਸ ਵਿੱਚ ਕੋਈ ਵੱਡਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ। ਉਹ ਚੁੱਪ ਰਹਿਣ ਲੱਗ ਪਈ। ਸੁੰਦਰਤਾ ਨਾਲ ਇਹੋ ਜਿਹੇ ਦੁਖਾਂਤ ਹੀ ਵਾਪਰਦੇ ਹਨ। ਧੰਨਵਾਦ। ਗਾਈਡੈਂਸ। ਇੱਕ ਪ੍ਰੋਫੈਸਰ ਸਾਹਿਬ ਕਲਾਸ ਨੂੰ ਦੱਸ ਰਹੇ ਸਨ ਕਿ ਜੇ ਤੁਹਾਨੂੰ ਮੌਕਾ ਮਿਲੇ ਕਿ ਸਟੋਰ ਵਿੱਚੋਂ ਜੋ ਮਰਜ਼ੀ ਲੈ ਲਓ, ਹੀਰੇ, ਗਹਿਣੇ, ਘੜੀਆਂ, ਟੈਲੀਫੋਨ, ਮਹਿੰਗੇ ਕੱਪੜੇ, ਹਵਾਈ ਸਫ਼ਰ ਦੀਆਂ ਟਿਕਟਾਂ, ਤਾਂ ਕੋਈ ਪਾਗਲ ਹੀ ਹੋਏਗਾ ਜਿਹੜਾ ਬੂਟਾਂ ਦੇ ਤਸਮੇ ਜਾਂ ਕਾਗਜ਼ਾਂ 'ਤੇ ਲਾਉਣ ਵਾਲੀਆਂ ਪਿੰਨਾਂ ਲੈਣ ਬਾਰੇ ਸੋਚੇਗਾ। ਤੁਸੀਂ ਭਾਰੀ ਫੀਸਾਂ ਦੇ ਕੇ ਦਾਖਲ ਹੋਏ ਹੋ। ਇੱਥੇ ਤੁਹਾਨੂੰ ਉਹ ਪਾਸ ਮਿਲੇਗਾ ਜਿਸ ਨਾਲ ਤੁਸੀਂ ਉਮਰ ਭਰ ਸਾਰੀਆਂ ਚੀਜ਼ਾਂ ਪ੍ਰਾਪਤ ਕਰ ਸਕੋਗੇ। ਪਰ ਮੈਂ ਵੇਖਿਆ ਹੈ ਕਿ ਤੁਹਾਡੇ ਵਿੱਚੋਂ ਬਹੁਤੇ ਬੂਟਾਂ ਦੇ ਤਸਮੇ, ਕੰਟੀਨ ਦੇ ਸਮੋਸੇ ਅਤੇ ਗੈਰ ਹਾਜ਼ਰੀਆਂ ਚੁਣ ਰਹੇ ਹਨ। ਧੰਨਵਾਦ। ਸ਼ਰਤ। ਸਾਡੇ ਦੇਸ਼ ਵਿੱਚ ਜਦੋਂ ਕੋਈ ਭਾਸ਼ਣ ਦਿੰਦਾ ਹੈ ਤਾਂ ਹਟਦਾ ਹੀ ਨਹੀਂ।
ਜਿਸ ਕਾਰਨ ਸਾਡੇ ਸਮਾਗਮ ਦੱਸੇ ਪ੍ਰੋਗਰਾਮ ਤੋਂ ਪਛੜ ਜਾਂਦੇ ਹਨ। ਦੱਖਣੀ ਅਫਰੀਕਾ ਦੇ ਜਲਸਿਆਂ ਵਿੱਚ ਬੁਲਾਰੇ ਸੰਖੇਪ ਗੱਲ ਹੀ ਕਰਦੇ ਹਨ। ਕਾਰਨ ਇਹ ਹੈ ਕਿ ਬੋਲਣ ਦੇ ਦੌਰਾਨ ਬੁਲਾਰੇ ਨੂੰ ਇੱਕ ਲੱਤ 'ਤੇ ਖਲੋਣਾ ਪੈਂਦਾ ਹੈ। ਜਦੋਂ ਉਸਨੇ ਪੈਰ ਜ਼ਮੀਨ 'ਤੇ ਰੱਖਣਾ ਹੁੰਦਾ ਹੈ ਤਾਂ ਉਹ ਇਹ ਨਹੀਂ ਕਹਿੰਦਾ ਕਿ ਅੰਤ ਵਿੱਚ ਮੈਂ ਕਹਿਣਾ ਚਾਹੁੰਦਾ। ਉਹ ਇੰਨਾ ਹੀ ਕਹਿੰਦਾ ਹੈ ਕਿ ਪਿਆਰੇ ਸਰੋਤਿਓ, ਹੁਣ ਮੈਂ ਆਪਣਾ ਚੁੱਕਿਆ ਪੈਰ ਜ਼ਮੀਨ 'ਤੇ ਰੱਖਦਾ ਹਾਂ। ਧੰਨਵਾਦ। ਕੁੰਜੀ। ਪਛੜੇ ਇਲਾਕੇ ਦੇ ਛੋਟੇ ਜਿਹੇ ਪਿੰਡ ਵਿਚਲੇ ਇੱਕ ਛੋਟੇ ਜਿਹੇ ਇੱਕ ਕਮਰੇ ਵਾਲੇ ਸਕੂਲ ਦੇ ਆਰੰਭ ਦਾ ਅੱਜ ਪਹਿਲਾ ਦਿਨ ਸੀ। ਜਿਸ ਅਧਿਆਪਕ ਨੂੰ ਨਿਯੁਕਤ ਕੀਤਾ ਗਿਆ ਸੀ ਉਸਨੇ ਆਪਣਾ ਅਨੁਭਵ ਲਿਖਿਆ ਹੈ। ਜਦੋਂ ਮੈਂ ਪੁੱਛਦਾ ਪੁਛਾਉਂਦਾ ਸਕੂਲ ਪਹੁੰਚਿਆ ਤਾਂ ਇੱਕ ਛੋਟਾ ਜਿਹਾ ਉਦਾਸ ਬੱਚਾ ਪਹਿਲਾਂ ਹੀ ਪਹੁੰਚਿਆ ਤੇ ਬੈਠਾ ਹੋਇਆ ਸੀ। ਮੈਨੂੰ ਦੱਸਣ ਲਈ ਉਸਨੇ ਕਿਹਾ, ਇੱਥੇ ਤਾਂ ਜੰਦਾ ਲੱਗਾ ਹੋਇਆ ਹੈ। ਮੈਂ ਜੇਬ ਵਿੱਚੋਂ ਕੁੰਜੀ ਕੱਢ ਕੇ ਉਸਨੂੰ ਵਿਖਾਈ। ਕੁੰਜੀ ਵੇਖ ਕੇ ਉਹਦਾ ਚਿਹਰਾ ਜਾਗ ਪਿਆ। ਤੁਸੀਂ ਅਧਿਆਪਕ ਹੋ? ਮੈਂ ਪੁੱਛਿਆ, ਤੈਨੂੰ ਕਿਵੇਂ ਪਤਾ ਲੱਗਿਆ? ਉਹਨੇ ਬੜੇ ਮਾਣ ਨਾਲ ਕਿਹਾ, ਤੁਹਾਡੇ ਕੋਲ ਕੁੰਜੀ ਜੋ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਮੇਰਾ ਅਧਿਆਪਕ ਹੋਣਾ ਉਸਦੀ ਪ੍ਰਸੰਨਤਾ ਦਾ ਕਾਰਨ ਬਣਿਆ ਸੀ। ਉਸਦੇ ਸਾਦੇ ਜਿਹੇ ਬੋਲਾਂ, ਤੁਹਾਡੇ ਕੋਲ ਕੁੰਜੀ ਜੋ ਹੈ, ਨੇ ਮੈਨੂੰ ਜ਼ਿੰਦਗੀ ਦਾ ਨਿਸ਼ਾਨਾ ਵਿਖਾ ਦਿੱਤਾ। ਇਸ ਕਥਨ ਨੇ ਮੈਨੂੰ ਸੋਚਣ ਲਾ ਦਿੱਤਾ। ਮੈਂ ਜਿੱਥੇ ਵੀ ਰਿਹਾ ਉੱਥੇ ਕੁੰਜੀ ਵਾਲੀ ਭੂਮਿਕਾ ਨਿਭਾਈ। ਇਸ ਆਦਤ ਨੇ ਮੈਨੂੰ ਜ਼ਿੰਦਗੀ ਵਿੱਚ ਸਫਲਤਾ ਤੇ ਜੀਵਨ ਦੀ ਭਰਪੂਰ ਤਸੱਲੀ ਦਿੱਤੀ। ਧੰਨਵਾਦ। 6ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸਰੀਰਕ ਅੰਗ ਵਿਗਿਆਨ 'ਤੇ ਨਿਬੰਧ ਵਿੱਚ ਲਿਖਿਆ, ਸਿਰ ਗੋਲ ਤੇ ਸਖਤ ਹੈ, ਜਿਸ ਵਿੱਚ ਦਿਮਾਗ ਰਹਿੰਦਾ ਹੈ। ਬਾਹਰ 2 ਬਲੌਰ ਲੱਗੇ ਹੋਏ ਹਨ ਤੇ ਫੁੰਕਾਰੇ ਮਾਰਨ ਵਾਲਾ ਨੱਕ ਹੈ। ਸ਼ਕਲ ਸਿਰ ਦਾ ਅਗਲਾ ਹਿੱਸਾ ਹੁੰਦੀ ਹੈ, ਜਿਸ ਨਾਲ ਅਸੀਂ ਹੋਰਾਂ ਨੂੰ ਵੇਖਦੇ ਤੇ ਉਹਨਾਂ ਦੀ ਨਕਲ ਲਾਉਂਦੇ ਹਾਂ। ਇੱਕ ਮੋਰੀ ਹੈ ਜਿਸ ਵਿੱਚ ਖਾਣ ਵਾਲਾ ਸਮਾਨ ਪਾਇਆ ਜਾਂਦਾ ਹੈ। ਗਲਾ ਸਿਰ ਨੂੰ ਕਾਲਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ। ਇਸ ਨੂੰ ਅੰਦਰੋਂ ਸਾਫ਼ ਕਰਨਾ ਮੁਸ਼ਕਿਲ ਹੀ ਹੁੰਦਾ ਹੈ। ਮੋਢੇ ਸ਼ੈਲਫਾਂ ਹਨ ਜਿਨ੍ਹਾਂ ਵਿਚਕਾਰ ਸਿਰ ਟਿਕਿਆ ਹੋਇਆ ਹੈ। ਪੇਟ ਖਾਲੀ ਹੋਵੇ ਤਾਂ ਦਰਦ ਕਰਦਾ ਹੈ। ਰੀੜ੍ਹ ਲੰਮੀ ਹੱਡੀ ਹੁੰਦੀ ਹੈ ਜਿਹੜੀ ਸਾਨੂੰ ਕਿਸੇ ਵੱਲੋਂ ਦੂਰਾ ਕਰਕੇ ਠੱਪਣ ਤੋਂ ਰੋਕਦੀ ਹੈ। ਜੇ ਇਹ ਨਾ ਹੁੰਦੇ ਤਾਂ ਮਨੁੱਖ ਨੂੰ ਠੱਪਿਆ ਜਾਣਾ ਸੰਭਵ ਤੇ ਸੁਖਾਲਾ ਹੋਣਾ ਸੀ। ਪਿੱਠ ਹਮੇਸ਼ਾ ਪਿੱਛੇ ਹੀ ਰਹਿੰਦੀ ਹੈ। ਭਾਵੇਂ ਜਿੰਨਾ ਮਰਜ਼ੀ ਦੌੜੋ, ਇਹ ਅੱਗੇ ਨਹੀਂ ਲੰਘ ਸਕਦੀ। ਮੋਢੇ ਨਾਲ ਜੋੜਾਂ ਵਾਲੇ ਹਿੱਸਿਆਂ ਨੂੰ ਬਾਹਾਂ ਕਹਿੰਦੇ ਹਨ। ਇਹਨਾਂ ਨੂੰ ਜਿਵੇਂ ਚਾਹੋ ਮੋੜਿਆ ਜਾ ਸਕਦਾ ਹੈ। ਉਂਗਲਾਂ ਹੱਥਾਂ ਵਿੱਚੋਂ ਬਾਹਰ ਨਿਕਲੀਆਂ ਹੁੰਦੀਆਂ ਹਨ, ਜਿਹੜੀਆਂ ਗਿਣਨ ਵੇਲੇ ਕੰਮ ਆਉਂਦੀਆਂ ਹਨ। ਲੱਤਾਂ ਢਿੱਡ ਵਿੱਚੋਂ ਬਾਹਰ ਨਿਕਲੀਆਂ ਹੁੰਦੀਆਂ ਹਨ। ਜੇ ਇਹ 2 ਨਾ ਹੋਣ ਤਾਂ ਪੌੜੀ ਨਹੀਂ ਚੜ੍ਹਿਆ ਜਾ ਸਕਦਾ। ਪੈਰ ਦੌੜਨ ਲਈ ਹਨ। ਪੰਜੇ ਠੁੱਡੇ ਸਹਿੰਦੇ ਹਨ। ਤੁਹਾਡੇ ਅੰਦਰ ਕੀ ਹੈ ਉਹ ਦਿਸਦਾ ਨਹੀਂ। ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਧੰਨਵਾਦ। ਸਿਆਣਪ। ਯੂਨਾਨ ਵਿੱਚ ਪੁਰਾਣੇ ਸਮਿਆਂ ਵਿੱਚ ਉਸ ਵੇਲੇ ਦੇ ਮੰਦਰਾਂ ਵਿੱਚ ਨਜੂਮੀ ਰਹਿੰਦੇ ਸਨ, ਜਿਹੜੇ ਲੋਕਾਂ ਦੀਆਂ ਪੁੱਛਾਂ ਦੇ ਜਵਾਬ ਦਿੰਦੇ ਸਨ ਤੇ ਉਹਨਾਂ ਦੇ ਸ਼ੰਕਿਆਂ ਨੂੰ ਸਿਆਣਪ ਨਾਲ ਹੱਲ ਕਰਦੇ ਸਨ। ਇੱਕ ਚਲਾਕ ਬੰਦੇ ਨੇ ਪ੍ਰਸਿੱਧ ਨਜੂਮੀ ਨੂੰ ਝੂਠਾ ਸਾਬਤ ਕਰਨ ਵਾਸਤੇ ਹੱਥ ਵਿੱਚ ਛੋਟੀ ਜਿਹੀ ਚਿੜੀ ਫੜ ਕੇ ਪੁੱਛਿਆ, ਜਿਉਂਦੀ ਹੈ ਕਿ ਮਰੀ ਹੋਈ? ਉਸਦੀ ਵਿਉਂਤ ਸੀ, ਜੇ ਨਜੂਮੀ ਜਿਉਂਦੀ ਕਹੇਗਾ ਤਾਂ ਹੱਥ ਨਾਲ ਘੁੱਟ ਕੇ ਮਾਰ ਦਿਆਂਗਾ, ਜੇ ਮਰੀ ਹੋਈ ਕਹੇਗਾ ਤਾਂ ਹੱਥ ਖੋਲ੍ਹ ਕੇ ਉਡਾ ਕੇ ਵਿਖਾ ਕੇ ਨਜੂਮੀ ਨੂੰ ਝੂਠਾ ਸਾਬਤ ਕਰ ਦਿਆਂਗਾ। ਨਜੂਮੀ ਨੇ ਮੁਸਕਰਾ ਕੇ ਕਿਹਾ, ਜਵਾਬ ਤੇਰੇ ਹੱਥਾਂ ਵਿੱਚ ਹੈ। ਧੰਨਵਾਦ। ਸਿਆਣਪ। ਜੋ ਯਾਦ ਕੀਤਾ ਜਾ ਸਕਦਾ ਹੈ ਉਹ ਗਿਆਨ ਹੁੰਦਾ ਹੈ, ਪਰ ਸਿਆਣਪ ਵਿੱਚੋਂ ਡੁੱਬ ਕੇ ਲੰਘਣਾ ਪੈਂਦਾ ਹੈ। ਗਿਆਨ ਬਾਹਰੋਂ ਹੋਰਾਂ ਤੋਂ ਮਿਲਦਾ ਹੈ। ਸਿਆਣਪ ਆਪਣੇ ਅੰਦਰੋਂ ਜਾਗਦੀ ਹੈ। ਸਿਆਣਪ ਕਾਰਨ ਹੀ ਅਸੀਂ ਗਿਆਨ ਨੂੰ ਸਹੀ ਢੰਗ ਨਾਲ ਵਰਤਣ ਦੇ
ਯੋਗ ਹੁੰਦੇ ਹਾਂ। ਸਿਆਣਪ ਕਦੇ ਭੀੜ ਵਿੱਚ ਨਹੀਂ ਵਿਚਰਦੀ, ਪਿੱਛੇ ਨਹੀਂ ਚੱਲਦੀ, ਇਹ ਵੱਖਰੀ ਦਿਸਦੀ ਹੈ। ਸਿਆਣਪ ਸਭ ਕੁਝ ਖਰੀਦ ਸਕਦੀ ਹੈ, ਪਰ ਇਹ ਆਪ ਨਹੀਂ ਵਿਕਦੀ। ਸਿਆਣਪ ਕਦੇ ਕਿਸੇ ਦੇ ਦਬਾਅ ਅਧੀਨ ਨਹੀਂ ਆਉਂਦੀ, ਇਹ ਪ੍ਰਗਟ ਹੋਣ ਲਈ ਆਪਣਾ ਰਾਹ ਆਪ ਲੱਭ ਲੈਂਦੀ ਹੈ। ਧੰਨਵਾਦ। ਹਾਸਾ ਉਪਜਾਉਣਾ। ਹਾਸਾ ਉਪਜਾਉਣ ਦੀ ਹਰ ਕਿਸੇ ਦੀ ਯੋਗਤਾ, ਸਮਰੱਥਾ, ਵਿਧੀ ਤੇ ਮਿਆਦ ਵੱਖਰੀ ਹੁੰਦੀ ਹੈ। ਜੇ ਗੱਲ ਲੰਮੀ ਹੋ ਜਾਏ ਤਾਂ ਉਸ ਨਾਲ ਹਾਸਾ ਨਹੀਂ, ਅਕੇਵਾਂ ਉਪਜਦਾ ਹੈ। ਸੋ ਸੰਖੇਪਤਾ ਹਾਸੇ ਵਾਲੀ ਗੱਲ ਦਾ ਮੀਰੀ ਗੁਣ ਹੁੰਦੀ ਹੈ, ਜਿਸ ਕਾਰਨ ਬੇਲੋੜੇ ਵੇਰਵੇ ਤਿਆਗੇ ਜਾਂਦੇ ਹਨ। ਹਾਸੇ ਵਾਲੀ ਗੱਲ ਵਿੱਚ ਵਕਤ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਰੁਕਣਾ ਕਿੱਥੇ ਹੈ, ਮੋੜ ਕਿਵੇਂ ਕੱਟਣਾ ਹੈ, ਕਿੱਥੇ ਝਿਜਕ ਵਿਖਾਉਣੀ ਹੈ, ਕਿੱਥੇ ਕਾਹਲ ਕਰਨੀ ਹੈ, ਕਿੱਥੇ ਆਪ ਗੰਭੀਰ ਹੋਣਾ ਹੈ, ਕਿੱਥੇ ਸਰੋਤੇ ਨੂੰ ਫਿਕਰਮੰਦ ਬਣਾਉਣਾ ਹੈ, ਤਾਂ ਜੋ ਸਥਿਤੀ ਦਾ ਵਿਅੰਗ ਪੂਰੇ ਜ਼ੋਰ ਨਾਲ ਹਾਸਾ ਉਪਜਾਏ। ਇਹ ਰਬੜ ਖਿੱਚਣ ਵਾਂਗ ਹੁੰਦਾ ਹੈ, ਪਰ ਰਬੜ ਟੁੱਟਣੀ ਨਹੀਂ ਚਾਹੀਦੀ। ਕੇਵਲ ਮਨੁੱਖ ਹੱਸਦੇ ਹਨ ਤੇ ਕੇਵਲ ਮਨੁੱਖਾਂ 'ਤੇ ਹੱਸਿਆ ਜਾਂਦਾ ਹੈ। ਅਸੀਂ ਹੋਰਾਂ 'ਤੇ ਨਹੀਂ, ਹੋਰਾਂ ਨਾਲ ਹੱਸਣਾ ਹੁੰਦਾ ਹੈ। ਜਿਹੜਾ ਹੱਸਦਾ ਨਹੀਂ ਜਾਂ ਹੱਸ ਨਹੀਂ ਸਕਦਾ, ਅਜਿਹਾ ਵਿਅਕਤੀ ਹੋਰਾਂ ਵਿੱਚ ਸ਼ੱਕ ਉਪਜਾਉਂਦਾ ਹੈ। ਧੰਨਵਾਦ। ਵਿਹਾਰ। ਅਮਰੀਕਾ ਵਿੱਚ ਪਹਿਲਾਂ ਬੱਸਾਂ ਵਿੱਚ ਗੋਰੇ ਅੱਗੇ ਤੇ ਕਾਲੇ ਪਿਛਲੇ ਪਾਸੇ ਬੈਠਦੇ ਸਨ। ਜਦੋਂ ਇਹ ਭੇਦਭਾਵ ਕਾਨੂੰਨੀ ਤੌਰ 'ਤੇ ਤਿਆਗ ਦਿੱਤਾ ਗਿਆ, ਤਾਂ ਵੀ ਬੱਸ ਦੇ ਖਾਲੀ ਹੋਣ ਦੇ ਬਾਵਜੂਦ ਕਾਲੇ ਆਪ ਮੁਹਾਰੇ ਪਿਛਲੀਆਂ ਸੀਟਾਂ 'ਤੇ ਜਾ ਕੇ ਬਹਿ ਜਾਂਦੇ ਸਨ। ਅਸੀਂ ਭਾਰਤ ਵਾਸੀ ਆਜ਼ਾਦ ਹੋ ਗਏ ਹਾਂ, ਪਰ ਹੁਣ ਵੀ ਅੰਗਰੇਜ਼ਾਂ ਨੂੰ ਵੇਖ ਕੇ ਅਸੀਂ ਗੁਲਾਮਾਂ ਵਾਂਗ ਵਿਹਾਰ ਕਰਦੇ ਹਾਂ। ਅਸਲ ਵਿੱਚ ਗੁਲਾਮੀ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੁੰਦੀਆਂ ਹਨ। ਧੰਨਵਾਦ। ਵਰਤਮਾਨ ਦਾ ਮਹੱਤਵ। ਇੱਕ ਵਿਅਕਤੀ ਤਿਆਰ ਹੁੰਦਿਆਂ ਸੋਚਦਾ ਸੀ, ਨਾਸ਼ਤਾ ਕੀ ਹੋਏਗਾ। ਨਾਸ਼ਤਾ ਕਰਦਿਆਂ ਸੋਚਦਾ ਸੀ, ਅੱਜ ਕਿਸ ਨੂੰ ਮਿਲਣਾ ਹੈ। ਮਿਲਦਿਆਂ ਸੋਚਣ ਲੱਗ ਪੈਂਦਾ ਸੀ, ਖਾਣਾ ਕਿੱਥੇ ਹੋਏਗਾ। ਖਾਣਾ ਖਾਂਦਿਆਂ ਵੇਖਣ ਲੱਗ ਪੈਂਦਾ ਸੀ, ਮਿੱਠੀ ਚੀਜ਼ ਕਿਹੜੀ ਹੋਏਗੀ। ਮਿੱਠੀ ਚੀਜ਼ ਖਾਂਦਿਆਂ ਸੋਚਣ ਲੱਗ ਪੈਂਦਾ ਸੀ, ਵਿਹਲਾ ਕਿੰਨੇ ਵਜੇ ਹੋਵਾਂਗਾ। ਵਿਹਲੇ ਹੋਣ ਤੋਂ ਪਹਿਲਾਂ ਹੀ ਸੋਚਣ ਲੱਗ ਪੈਂਦਾ ਸੀ ਕਿ ਸ਼ਾਮ ਦੀ ਚਾਹ ਕਿੱਥੇ, ਕਿਸ ਨਾਲ ਪੀਣੀ ਹੈ। ਚਾਹ ਪੀਂਦਿਆਂ ਸੋਚਦਾ ਸੀ, ਘਰ ਕਿੰਨੇ ਵਜੇ ਜਾਣਾ ਹੈ। ਉਹ ਜੋ ਕੁਝ ਵੀ ਕਰਦਾ ਸੀ, ਕਰਦਿਆਂ ਕਰਦਿਆਂ ਅਗਲੇ ਕੰਮ ਦੀ ਚਿੰਤਾ ਕਰਨ ਲੱਗ ਪੈਂਦਾ ਸੀ। ਉਹ ਜੋ ਕਰਦਾ ਸੀ, ਨਾ ਉਸ ਵਿੱਚ ਖੁੱਭਦਾ ਸੀ, ਨਾ ਦਿਲਚਸਪੀ ਲੈਂਦਾ ਸੀ, ਨਾ ਮਾਣਦਾ ਸੀ। ਮਨੋਵਿਗਿਆਨੀ ਸਲਾਹਕਾਰ ਅਜਿਹੇ ਬੇਚੈਨ, ਅਸੰਤੁਸ਼ਟ ਲੋਕਾਂ ਨੂੰ ਕਹਿੰਦੇ ਹਨ, ਵਰਤਮਾਨ ਵਿੱਚ ਜੀਓ। ਬੱਚੇ ਵਰਤਮਾਨ ਵਿੱਚ ਜਿਉਂਦੇ ਹਨ। ਧੰਨਵਾਦ। ਸੁਪਨੇ। ਸਾਈਕਲ ਦੇ ਜ਼ਮਾਨੇ ਦੀ ਗੱਲ ਸੀ। ਇੱਕ ਫੌਜੀ ਨੇ ਨਵਾਂ ਮੋਟਰਸਾਈਕਲ ਲਿਆ ਸੀ, ਪਰ ਪ੍ਰਾਪਤੀ ਦੀ ਚਮਕ ਪਤਨੀ ਦੇ ਚਿਹਰੇ 'ਤੇ ਸੀ। ਉਹ ਕੁੜੀਆਂ ਵਾਂਗ ਭੱਜੀ ਫਿਰਦੀ ਸੀ। ਅੱਜ ਉਸਨੂੰ ਆਪਣਾ ਪਤੀ ਹੀਰੋ ਲੱਗ ਰਿਹਾ ਸੀ। ਉਸਨੇ ਪਤੀ ਦੇ ਮੋਟਰਸਾਈਕਲ ਪਿੱਛੇ ਬੈਠੇ ਹੋਣ ਦਾ ਕਈ ਵਾਰ ਸੁਪਨਾ ਵੇਖਿਆ ਸੀ। ਬੱਸਾਂ ਦੀਆਂ ਉਡੀਕਾਂ ਨੇ ਉਸਨੂੰ ਥਕਾ ਦਿੱਤਾ ਸੀ। ਜਦੋਂ ਕੋਈ ਪਤੀ ਪਤਨੀ ਮੋਟਰਸਾਈਕਲ ਦੇ ਕੋਲੋਂ ਲੰਘਦੇ ਸਨ, ਤਾਂ ਉਹ ਦੂਰ ਤੱਕ ਉਹਨਾਂ ਨੂੰ ਵੇਖਦੀ ਰਹਿੰਦੀ ਸੀ। ਉਸਦੀ ਇੱਕ ਸਹੇਲੀ ਦਾ ਵਿਆਹ ਇੱਕ ਮੋਟਰਸਾਈਕਲ ਵਾਲੇ ਨਾਲ ਹੋਇਆ ਸੀ। ਜਦੋਂ ਕਦੇ ਸਹੇਲੀ ਆਪਣੇ ਪਤੀ ਨਾਲ ਉਹਨੂੰ ਮਿਲਣ ਆਉਂਦੀ ਸੀ, ਤਾਂ ਉਹ ਸੋਚਦੀ ਸੀ, ਇੱਕ ਦਿਨ ਸਾਡੇ ਘਰ ਵੀ ਮੋਟਰਸਾਈਕਲ ਹੋਏਗਾ। ਉਹ ਇੱਕ ਦਿਨ ਅੱਜ ਸੀ। ਉਹ ਸੋਚ ਰਹੀ ਸੀ, ਰੋਜ਼ ਇਸ ਨੂੰ ਕੱਪੜੇ ਨਾਲ ਸਾਫ਼ ਕਰਿਆ ਕਰੇਗੀ। ਇੱਕ ਮੋਟਰਸਾਈਕਲ ਨੇ ਉਹਦੀ ਸਮੁੱਚੀ ਕਲਪਨਾ ਨੂੰ ਮੱਲਿਆ ਹੋਇਆ ਸੀ। ਉਹਦਾ ਰੰਗ ਪੱਕਾ ਸੀ, ਪਰ ਅੱਜ ਉਹਦੇ ਚਿਹਰੇ 'ਤੇ ਚਮਕ ਕਣਕ ਵੰਨੀ ਸੀ। ਉਸ ਵੇਲੇ ਜੇ ਉਹਨੂੰ ਰੱਬ ਵੀ ਮਿਲ ਪੈਂਦਾ, ਤਾਂ ਉਹਨੇ ਕਹਿਣਾ ਸੀ, ਤੁਸੀਂ ਵੀ ਝਾਂਟੀ ਲੈ ਲਓ। ਅੱਜ ਉਹਨੂੰ ਪਤੀ ਲਾੜੇ ਦੇ ਰੂਪ ਨਾਲੋਂ ਵੀ ਅਦਭੁਤ ਲੱਗ ਰਿਹਾ ਸੀ। ਅੱਜ ਉਹ ਆਪਣੇ ਵਿਆਹ ਵਾਲੇ ਦਿਨ ਨਾਲੋਂ ਵੀ ਵੱਧ ਖੁਸ਼ ਸੀ। ਭਾਵੇਂ ਮਗਰੋਂ ਘਰ ਵਿੱਚ 3 ਕਾਰਾਂ ਸਨ,
ਪਰ ਜੋ ਖੁਸ਼ੀ ਉਸਨੂੰ ਮੋਟਰਸਾਈਕਲ ਨਾਲ ਮਿਲੀ ਸੀ ਉਹ ਕਿਸੇ ਹੋਰ ਚੀਜ਼ ਤੋਂ ਨਹੀਂ ਸੀ ਮਿਲੀ। ਧੰਨਵਾਦ। ਅਸਲੀ ਲੋੜਵੰਦ। ਇੱਕ ਵਾਰੀ ਮੈਂ ਇੱਕ ਅਜਿਹੀ ਥਾਂ 'ਤੇ ਨਿਯੁਕਤ ਸੀ ਜਿੱਥੇ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਤਕਲੀਫਾਂ ਅਤੇ ਮੁਸ਼ਕਿਲਾਂ ਅਨੁਸਾਰ ਪੈਸੇ ਅਤੇ ਸਮਾਨ ਨਾਲ ਮਦਦ ਕੀਤੀ ਜਾਂਦੀ ਸੀ। ਉੱਥੇ ਮਹਿਸੂਸ ਕੀਤਾ ਕਿ ਝੂਠੇ ਵਧੇਰੇ ਬੋਲਦੇ ਸਨ ਅਤੇ ਉੱਚਾ ਬੋਲਦੇ ਸਨ, ਪਰ ਅਸਲੀ ਦੁਖੀ ਅਤੇ ਲੋੜਵੰਦ ਚੁੱਪ ਹੀ ਰਹਿੰਦੇ ਸਨ। ਧੰਨਵਾਦ।